ਜਾਈ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਨਰ ਚਾਹਤ ਕਛ ਔਰ, ਔਰੈ ਕੀ ਔਰੈ ਪਈ। ਚਿਤਵਤ ਰਹਿਓ ਠਗੋਰ, ਨਾਨਕ ਫਾਸੀ ਗਲ ਪਰੀ। ਨਰ ਚਾਹਤ ਕਛ ਔਰ, ਔਰੈ ਕੀ ਔਰੈ ਪਈ। ਚਿਤਵਤ ਰਹਿਓ ਠਗੋਰ, ਨਾਨਕ ਫਾਸੀ ਗਲ ਪਰੀ। ਸਾਹਿਬਾਂ ਦੀ ਮੁਕੱਦਸ ਮੁਬਾਰਕ ਖੁਸ਼ੀਆਂ ਭਰੀ ਗੋਦ ਅੰਦਰ ਸੱਜ ਬੈਠੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਕਿਰਪਾ ਹੋਈ। ਤਰਸ ਕੀਤਾ ਇਹ ਸੁਭਾਗਾ ਸਮਾਂ ਸਾਨੂੰ ਸਤਿਗੁਰੂ ਜੀ ਨੇ ਤਰੁੱਟ ਕੇ ਬਖਸ਼ਿਆ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਮਿਹਰਬਾਨ ਸਾਹਿਬ ਜਦੋਂ ਹੁੰਦਾ ਤਾਂ ਇਹ ਕਿਰਪਾ ਕਰਦਾ। ਰੋਜ਼ ਜਦੋਂ ਅਸੀਂ ਇੱਕ ਫੁਰਨਾ ਗੁਰੂ ਦੇ ਲਈ ਆਪਣੇ ਮਨ ਵਿੱਚ ਬਣਾਉਂਦੇ ਹਾਂ ਤੇ ਉਹੀ ਬਣਿਆ ਹੋਇਆ ਫੁਰਨਾ ਸਾਨੂੰ ਗੁਰੂ ਘਰ ਦੇ ਵਿੱਚ ਲੈ ਆਉਂਦਾ। ਭਾਈ ਗੁਰਦਾਸ ਜੀ ਤਾਂ ਇੱਥੋਂ ਤੱਕ ਕਹਿੰਦੇ ਆ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਕੋਈ ਆਪਣੇ ਪੈਰ, ਚਰਨ ਦਾ ਅਰਥ ਹੁੰਦਾ ਪੈਰ, ਸ਼ਰਨ ਹੁੰਦਾ ਹੈ ਗੁਰੂ ਦੀ ਸ਼ਰਨ, ਗੁਰੂ ਦਾ ਘਰ ਕਹਿ ਲਈਏ। ਜਿਹੜਾ ਆਪਣੇ ਪੈਰ ਗੁਰੂ ਦੀ ਸ਼ਰਨ ਵਿੱਚ ਲੈ ਕੇ ਆਉਂਦਾ, ਸਤਿਗੁਰੂ ਜੀ ਕਹਿੰਦੇ ਆ ਉਹਦੇ ਤੇ ਇੰਨੀ ਕੁ ਕਿਰਪਾ ਕਰਦਾ ਹੈ, ਇੰਨੀ ਬਖਸ਼ਿਸ਼ ਕਰਦਾ ਸਤਿਗੁਰੂ ਪਰਮਾਤਮਾ। ਕੋਟ ਪੈਂਡਾ ਆਗੇ ਹੋਏ ਲੇਤ ਹੈ, ਕਰੋੜਾਂ ਪੈਂਡੇ ਅੱਗੇ ਆ ਕੇ ਲੈਣ ਦੇ ਲਈ ਤਿਆਰ ਹੋ ਜਾਂਦਾ। ਗੱਲ ਇੰਨੀ ਕੁ ਹੈ ਕਿ ਵੀ ਆਪਾਂ ਇੱਕ ਕਦਮ ਪੁੱਟੀਏ, ਗੁਰੂ ਕਰੋੜਾਂ ਕਦਮ ਆਉਣ ਦੇ ਲਈ ਤਿਆਰ ਹੈ। ਜੇ ਆਪਾਂ ਇੱਕ ਕਦਮ ਹੀ ਨਾ ਪੁੱਟੀਏ ਤੇ ਗੁਰੂ ਸਾਡੇ ਵੱਲ ਇੱਕ ਵੀ ਕਦਮ ਫਿਰ ਨਹੀਂ ਪੁੱਟੇਗਾ। ਫੁਰਨਾ ਬਣਾਈਏ। ਸੋ ਆਓ, ਸਤਿਗੁਰ ਨੇ ਕਿਰਪਾ ਕੀਤੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਬਾਣੀ, ਸ਼ਲੋਕ ਮਹੱਲਾ 9ਵਾਂ, ਉਸ ਦਾ 38 ਨੰਬਰ ਪਾਠ ਆਪ ਜੀ ਨੇ ਸਰਵਣ ਕੀਤਾ। ਇਸ 38 ਨੰਬਰ ਸ਼ਲੋਕ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੰਸਾਰ 'ਤੇ ਰਹਿ ਰਹੇ ਮਨੁੱਖ, ਜਿਤਨੀ ਵੀ ਲੁਕਾਈ ਦੇ ਅੰਦਰ ਰਹਿ ਰਹੀ ਇਹ ਮਨੁੱਖਤਾ ਹੈ, ਉਹਨਾਂ ਦੇ ਲਈ ਇੱਕ ਕਮਾਲ ਦਾ ਉਪਦੇਸ਼ ਸਾਂਝਾ ਕਰਦੇ ਆ ਸਾਡੇ ਨਾਲ। ਬਾਣੀ ਹਰੇਕ ਦੇ ਲਈ ਹੈ। ਉਹ ਗੱਲ ਵੱਖਰੀ ਹੈ ਕਿ ਵੀ ਪੜ੍ਹਦਾ ਕੋਈ ਕੋਈ ਹੈ। ਫਿਰ ਇੱਕ ਗੱਲ ਕਹਿ ਦਿਆਂ, ਚਲੋ ਆਪਾਂ ਇਹ ਮੰਨ ਲਈਏ ਕਿ ਵੀ ਬਾਹਰ ਦੇ ਨਾ ਪੜ੍ਹਨ, ਅਨਮਤੀਆ ਨਾ ਪੜ੍ਹੇ, ਮਨਮਤੀਆ ਨਾ ਪੜ੍ਹੇ, ਪਰ ਸਿੱਖ ਨੂੰ ਤਾਂ ਬਾਣੀ ਪੜ੍ਹਨੀ ਚਾਹੀਦੀ ਸੀ। ਪਰ ਅੱਜ ਸਿੱਖ ਨੂੰ ਹੀ ਇਹ ਗੱਲਾਂ ਸਮਝਾਈਆਂ ਜਾ ਰਹੀਆਂ ਨੇ ਕਿ ਵੀ ਗੁਰੂ ਆਹ ਕਹਿੰਦਾ, ਗੁਰੂ ਆਹ ਦੱਸਦਾ।
ਸਾਨੂੰ ਤੇ ਪਤਾ ਹੋਣਾ ਚਾਹੀਦਾ ਸੀ ਆਪਣੇ ਗੁਰੂ ਬਾਰੇ, ਪਰ ਅੱਜ ਸਾਡੀ ਬਦਕਿਸਮਤੀ ਇਹ ਹੈ, ਇੱਕ ਵੀ ਗੱਲ ਸਾਨੂੰ ਗੁਰੂ ਦੇ ਬਾਰੇ ਪਤਾ ਨਹੀਂ। ਜੇ ਪੁੱਛ ਲਈਏ ਤਾਂ ਅੱਗੋਂ ਬੰਦਾ ਕਈ ਵਾਰ ਇਹ ਕਹਿ ਕੇ ਟਾਲ ਦਿੰਦਾ ਕਿ ਵੀ ਤੁਹਾਨੂੰ ਕਾਹਦੇ ਲਈ ਰੱਖਿਆ। ਮਾਫ਼ ਕਰਨਾ, ਇਹ ਨਹੀਂ ਕਿ ਵੀ ਸਾਰਾ ਕੁਝ ਅਸੀਂ ਹੀ ਜਾਣਦੇ ਹਾਂ। ਤੁਸੀਂ ਵੀ ਤਾਂ ਰੋਜ਼ ਸੁਣ ਹੀ ਰਹੇ ਹੋ, ਤੁਸੀਂ ਵੀ ਤਾਂ ਬਾਣੀ ਘਰਾਂ ਦੇ ਵਿੱਚ ਪੜ੍ਹ ਹੀ ਰਹੇ ਹੋ। ਜੇ ਨਹੀਂ ਪੜ੍ਹਦੇ, ਨਹੀਂ ਸੁਣਦੇ ਤਾਂ ਦੱਸੋ ਫਿਰ ਉਹ ਸਾਡਾ ਪੜ੍ਹਿਆ ਹੋਇਆ ਸੁਣਿਆ ਹੋਇਆ ਕਿੱਥੇ ਜਾ ਰਿਹਾ, ਉਹ ਕਿਸ ਖਾਤੇ ਵਿੱਚ ਜਾ ਰਿਹਾ, ਜੇ ਸਾਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ। ਇੱਥੋਂ ਭਾਵ ਇਹ ਪਤਾ ਹੋ ਰਿਹਾ ਕਿ ਵੀ ਆਪਾਂ ਪੜ੍ਹ ਸੁਣ ਕੇ ਵੀ ਹਜੇ ਵੀ ਭਰਮ ਦੀ ਦੁਨੀਆ ਦੇ ਅੰਦਰ ਭਟਕੇ ਹੀ ਫਿਰਦੇ ਹਾਂ। ਹਜੇ ਵੀ ਆਪਾਂ ਆਪਣੇ ਆਪ ਨੂੰ ਉਹਦੇ ਵਿੱਚੋਂ ਕੱਢ ਨਹੀਂ ਪਾ ਰਹੇ। ਜਿਸ ਦਿਨ ਬਾਣੀ ਸਾਡੀ ਸਮਝ ਵਿੱਚ ਆਉਣ ਲੱਗ ਗਈ ਨਾ, ਜਿਸ ਦਿਨ ਬਾਣੀ ਨੂੰ ਆਪਾਂ ਦਿਲੋਂ ਪੜ੍ਹਨਾ ਸ਼ੁਰੂ ਕਰ ਦਿੱਤਾ, ਕੱਲ੍ਹ ਵੀ ਬੇਨਤੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਗੁਰੂ ਦਿਮਾਗ ਦਾ ਵਿਸ਼ਾ ਨਹੀਂ ਹੈ। ਗੁਰੂ ਨਾਲ ਦਿਮਾਗ ਨਾਲ ਨਾ ਚੱਲੋ। ਆਪਾਂ ਸਿਰਫ ਗੁਰੂ ਨੂੰ ਵਰਤ ਰਹੇ ਹਾਂ, ਉਹ ਵੀ ਆਪਣੇ ਦਿਮਾਗ ਦੇ ਨਾਲ, ਕਿਉਂਕਿ ਆਪਣੇ ਆਪ ਨੂੰ ਚਲਾਕ ਕਹਿੰਦੇ ਹਾਂ ਨਾ ਆਪਾਂ। ਗੁਰੂ ਨਾਲ ਵੀ ਚਲਾਕੀਆਂ ਕਰ ਰਹੇ ਹਾਂ। ਤੇ ਸਤਿਗੁਰੂ ਜੀ ਕਹਿੰਦੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਚਲਾਕ ਸਨ, ਕਿੰਨੇ ਕੁ ਸਿਆਣੇ ਸਨ, ਮੈਂ ਤੇ ਖੂਹ ਵਿੱਚ ਡਿੱਗਦੇ ਵੇਖਿਆ। ਸੋ ਤੇਰੀ ਹਾਲਤ ਇਹ ਹੈ ਕਿ ਵੀ ਹਾਥ ਦੀਪ ਕਾਹੂ ਕੀ ਕੁਸਲਾਤ, ਹਾਥ ਦੀਪ ਕੂਏ ਭਰੈ। ਤੂੰ ਆਪ ਤੇ ਡਿੱਗੇਗਾ ਵੀ, ਹੋਰਨਾਂ ਨੂੰ ਵੀ ਨਾਲ ਡਿੱਗੇਗਾ। ਇਸ ਕਰਕੇ ਗੁਰੂ ਨੂੰ ਸਮਝਣਾ ਦਿਲੋਂ ਸਮਝੀਏ। ਗੁਰੂ ਸਿਰਫ ਦਿਲੋਂ ਸਮਝਣ ਦਾ ਵਿਸ਼ਾ ਹੈ। ਬਾਣੀ ਪੜ੍ਹਨੀ ਹੈ, ਬਾਣੀ ਸੁਣਨੀ ਹੈ, ਬਾਣੀ ਵਿਚਾਰਨੀ ਵੀ ਹੈ। ਭਾਵੇਂ ਮੈਂ ਵਿਚਾਰ ਰਿਹਾ, ਤੁਸੀਂ ਸੁਣ ਰਹੇ ਹੋ, ਪਰ ਜਦੋਂ ਤੱਕ ਇਹ ਵਿਚਾਰ ਦਿਲੋਂ ਨਹੀਂ ਨਾ ਹੋਏਗੀ ਤੇ ਦਿਲੋਂ ਤੁਸੀਂ ਸੁਣੋਗੇ ਨਹੀਂ, ਉਦੋਂ ਤੱਕ ਗੱਲ ਨਹੀਂ ਬਣਨੀ। ਗੱਲ ਉਦੋਂ ਹੀ ਬਣੇਗੀ ਜਿਸ ਦਿਨ ਤੁਹਾਨੂੰ ਸੁਣਨਾ ਆ ਗਿਆ। ਤੇ ਕਿੰਨੀ ਕਮਾਲ ਦੀ ਗੱਲ ਹੈ ਸਾਧ ਸੰਗਤ। ਗੁਰੂ ਨਾਨਕ ਮਹਾਰਾਜ, ਫਿਰ ਬੇਨਤੀ ਕਰਾਂ ਜਪਜੀ ਸਾਹਿਬ ਤੇ ਪਕੜ ਬਣਾਓ। ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਬੜਾ ਕੁਝ ਲੈ ਕੇ ਬੈਠੀ ਹੈ। ਜਪਜੀ ਸਾਹਿਬ ਅਜੇ ਤਾਂ ਅਸੀਂ ਗਾਂਹ ਤੁਰਨਾ, ਅਜੇ ਤਾਂ ਸਾਡੀ ਸ਼ੁਰੂਆਤ ਹੋਣੀ ਹੈ। ਮੋਤੀ ਤਾਂ ਮੰਦਰ ਉਸਰੈ ਤੋਂ, ਸ਼੍ਰੀ ਰਾਗ ਤੋਂ। ਸਤਿਗੁਰੂ ਤਾਂ ਪਹਿਲਾਂ ਹੀ ਬੜੀਆਂ ਗੱਲਾਂ ਸਮਝਾ ਗਏ। ਆਪਾਂ ਪਹਿਲੀਆਂ ਗੱਲਾਂ ਵੱਲ ਤਾਂ ਗੌਰ ਕਰੀਏ। ਗੁਰੂ ਨਾਨਕ ਮਹਾਰਾਜ ਰੋਜ਼ ਕਹਿ ਰਹੇ ਨੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋ ਨਾ ਸਕੈ ਕਾਲ। ਕਿੰਨੇ ਸੁਣ ਰਹੇ ਆ। ਤੇ ਨਾਲ ਹੀ ਇਹ ਕਹਿ ਰਿਹਾ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਪ ਪਾਪ ਕਾ ਨਾਸ਼। ਸੁਣ ਰਹੇ ਆ ਨਾ, ਸੁਣਨ ਦੇ ਨਾਲ ਵੀ ਆ ਕੁਝ ਹੋ ਸਕਦਾ ਹੈ। ਸੋ ਇੱਕ ਬੇਨਤੀ ਹੋਰ ਮੈਂ ਕਰਾਂ ਆਪ ਜੀ ਦੇ ਚਰਨਾਂ ਵਿੱਚ, ਇਹ ਨਹੀਂ ਕਿ ਵੀ ਕੋਈ ਬਾਣੀ ਪੜ੍ਹ ਨਹੀਂ ਸਕਦਾ। ਹੋ ਸਕਦਾ ਹੈ ਕਿਸੇ ਨੂੰ ਪੰਜਾਬੀ ਨਾ ਆਉਂਦੀ ਹੋਵੇ, ਵੈਸੇ ਤਾਂ ਪੰਜਾਬੀ ਮਾਂ ਬੋਲੀ ਹੈ ਸਾਡੀ। ਸਾਨੂੰ ਪੜ੍ਹਨੀ ਵੀ ਚਾਹੀਦੀ ਹੈ, ਸਿੱਖਣੀ ਵੀ ਚਾਹੀਦੀ ਹੈ, ਬੋਲਣੀ ਵੀ ਚਾਹੀਦੀ ਹੈ। ਉਹ ਗੱਲ ਵੱਖਰੀ ਹੈ ਕਿ ਵੀ ਅੱਜ ਨਾ ਇੱਕ ਬੜਾ ਹੋਰ ਤਰ੍ਹਾਂ ਦਾ ਸਿਸਟਮ ਚੱਲ ਪਿਆ। ਆਪਾਂ ਪੜ੍ਹਨੀ ਤਾਂ ਸਿੱਖ ਲਈ, ਪਰ ਆਪਾਂ ਬੋਲਣੀ ਨਹੀਂ ਸਿੱਖ ਪਾ ਰਹੇ। ਬੜੀਆਂ ਕਲਾਸਾਂ ਲੱਗਦੀਆਂ ਹੋਣਗੀਆਂ ਪੰਜਾਬੀ ਦੀਆਂ, ਮਾਫ਼ ਕਰਨਾ, ਉੱਥੇ ਪੜ੍ਹਨੀ ਤਾਂ ਸਿਖਾਈ ਜਾ ਰਹੀ ਹੈ, ਪਰ ਬੋਲਣੀ ਨਹੀਂ ਸਿਖਾਈ ਜਾ ਰਹੀ। ਜਿਸ ਕਰਕੇ ਸਾਡੇ ਘਰ ਦੇ ਮਾਹੌਲ ਕੁਝ ਹੋਰ ਨੇ। ਸੋ ਸਤਿਗੁਰੂ ਜੀ ਕਹਿੰਦੇ ਆ, ਬਾਣੀ ਜਿਹੜਾ ਬੰਦਾ ਅਨਪੜ੍ਹ ਹੈ ਨਾ, ਉਹਦੀ ਗੱਲ ਸੁਣਨ ਤੱਕ ਸੀਮਤ ਹੋ ਸਕਦੀ ਹੈ। ਜਿਹੜਾ ਪੜ੍ਹ ਸਕਦਾ ਹੈ ਉਹਦੀ ਵੀ ਗੱਲ ਸਤਿਗੁਰੂ ਜੀ ਨੇ ਕਰ ਦਿੱਤੀ। ਸੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਹੜਾ ਇਹ ਉਪਦੇਸ਼ ਸਾਰੀ ਮਨੁੱਖਤਾ ਦੇ ਲਈ ਸਾਂਝਾ ਕੀਤਾ, ਉਹ ਇਕੱਲਾ ਸਾਡੇ ਲਈ ਨਹੀਂ ਹੈ। ਇਹਨੂੰ ਆਪਾਂ ਸੁਣ ਕੇ ਵਿਚਾਰ ਕੇ ਸੰਸਾਰ ਦੇ ਉੱਤੇ ਵੰਡਣਾ ਹੈ। ਇਹ ਨਹੀਂ ਕਿ ਵੀ ਆਪਾਂ ਇੱਥੋਂ ਸੁਣ ਕੇ ਚਲੇ ਗਏ, ਇੱਥੋਂ ਸੁਣ ਕੇ ਆਪਾਂ ਕਿਤੇ ਹੋਰ ਜਾ ਕੇ ਇਹਦੇ ਨਾਲ ਸਾਂਝ ਹੀ ਨਹੀਂ ਕੀਤੀ। ਜਿਵੇਂ ਆਪਾਂ ਨਾ ਰੋਟੀ ਦੀ ਸਾਂਝ, ਪ੍ਰਸ਼ਾਦੇ ਦੀ ਸਾਂਝ ਕਹਿੰਦੇ ਹਾਂ ਕਿ ਵੀ ਕੋਈ ਭੁੱਖਾ ਨਾ ਜਾਵੇ, ਆਪਾਂ ਉਹਦੇ ਨਾਲ ਰੋਟੀ ਵੀ ਬਹਿ ਕੇ ਖਾ ਲੈਂਦੇ ਹਾਂ, ਉਹਨੂੰ ਰੋਟੀ ਵੀ ਦੇ ਦਿੰਦੇ ਹਾਂ। ਬਸ ਇੱਕ ਖਿਆਲ ਰੱਖਿਓ, ਬਾਣੀ ਜਿਹੜੀ ਪੜ੍ਹੀ ਹੈ ਨਾ, ਇਹ ਸਾਡੇ ਜੀਵਨ ਦੇ ਅੰਦਰ ਪ੍ਰਸ਼ਾਦੇ ਦਾ ਕੰਮ ਕਰੇ। ਜੇ ਆਪ ਖਾਧਾ
ਦੂਜਿਆਂ ਦੀ ਵੀ ਭੁੱਖ ਮਿਟਾ ਦਈਏ। ਇਹੀ ਸੀ ਨਾ ਗੁਰੂ ਅੰਗਦ ਦੇ ਮਹਾਰਾਜ, ਧੰਨ ਗੁਰੂ ਅੰਗਦ ਦੇ ਮਹਾਰਾਜ ਸਤਿਗੁਰੂ ਜਦੋਂ ਗੁਰਤਾ ਗੱਦੀ ਮਿਲੀ ਹੈ, ਗੁਰਤਾ ਗੱਦੀ ਮਿਲੀ ਹੈ ਤੇ ਘਰ ਜਾਂਦੇ ਆ, ਮਾਤਾ ਖੀਵੀ ਜੀ ਪੁੱਛਦੇ ਆ, ਮਾਤਾ ਜੀ ਪੁੱਛਦੇ ਆ ਕਿ ਵੀ ਆਪਣੇ ਲਈ ਤਾਂ ਗੁਰੂ ਘਰ ਦੀਆਂ ਸਾਰੀਆਂ ਬਖਸ਼ਿਸ਼ਾਂ ਲੈ ਆਏ ਜੇ, ਮੇਰੇ ਲਈ ਕੀ ਲੈ ਕੇ ਆਏ ਹੋ? ਤੁਸੀਂ ਤਾਂ ਸੰਸਾਰ ਨੂੰ ਸ਼ਬਦ ਦਾ ਲੰਗਰ ਵਰਤਾ ਦੇਣਾ, ਤੁਸੀਂ ਤਾਂ ਲੰਗਰ ਵਰਤਾ ਕੇ ਸੰਸਾਰ ਨੂੰ ਤਾਰ ਰਹੇ ਹੋ। ਇਹ ਬਚਨ ਧਿਆਨ ਨਾਲ ਸੁਣਿਓ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਤੁਸੀਂ ਗੁਰੂ ਨਾਨਕ ਮਹਾਰਾਜ ਜੀ ਦੇ ਕੋਲੋਂ ਸ਼ਬਦ ਦਾ ਲੰਗਰ ਲੈ ਕੇ ਆਏ ਹੋ। ਆ ਜਿਹੜਾ ਆਪਾਂ ਇੱਥੇ ਆਪਾਂ ਸਾਂਝ ਕਰ ਰਹੇ ਹਾਂ, ਇਹਨੂੰ ਕੀ ਕਹਿੰਦੇ ਆ? ਸ਼ਬਦ ਦਾ ਲੰਗਰ। ਤੁਸੀਂ ਤਾਂ ਸੰਸਾਰ ਨੂੰ ਸ਼ਬਦ ਦਾ ਲੰਗਰ ਵੰਡ ਲੈਣਾ, ਮੇਰੇ ਲਈ ਕੀ ਲੈ ਕੇ ਆਏ ਹੋ? ਮੈਂ ਲੰਮਾ ਸਮਾਂ ਇੰਤਜ਼ਾਰ ਕੀਤਾ ਹੈ ਕੋਈ ਮਾਤਾ ਉਸ ਮਾਤਾ ਵਰਗੀ ਜਿਹੜੀ ਇਸ ਇੰਤਜ਼ਾਰ ਦੇ ਵਿੱਚ ਇਹ ਗੱਲ ਕਹਿ ਰਹੀ ਕਿ ਮੇਰੇ ਲਈ ਸਿਰ ਦੇ ਸਾਈਆਂ ਕੀ ਲੈ ਕੇ ਆਇਆ? ਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਪਤਾ ਕੀ ਕਹਿੰਦੇ ਆ? ਕਹਿਣ ਲੱਗੇ ਆ, ਜਿਹੜੀ ਚੀਜ਼ ਮੈਂ ਤੇਰੇ ਲਈ ਲੈ ਕੇ ਆਇਆ ਅੱਜ ਤੱਕ ਸੰਸਾਰ ਕਿਸੇ ਲਈ ਲੈ ਕੇ ਨਹੀਂ ਆਇਆ, ਉਹ ਲੈ ਕੇ ਨਹੀਂ ਆਇਆ। ਐਸੀ ਕਿਹੜੀ ਚੀਜ਼ ਲੈ ਕੇ ਆਏ ਹੋ? ਧੰਨ ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਜੇ ਗੁਰੂ ਨਾਨਕ ਪਾਤਸ਼ਾਹ ਨੇ ਮੇਰੀਆਂ ਝੋਲੀ ਦੇ ਵਿੱਚ ਰਹਿਮਤਾਂ ਬਖਸ਼ਿਸ਼ਾਂ ਪਾ ਕੇ ਆਪਣੇ ਘਰ ਦੀਆਂ ਵਡਿਆਈਆਂ ਮੇਰੇ ਹਿਰਦੇ ਦੇ ਵਿੱਚ ਪਾ ਦਿੱਤੀਆਂ ਨੇ, ਤੇ ਚੇਤੇ ਰੱਖੀ ਤੈਨੂੰ ਵੀ ਵਾਂਝਾ ਨਹੀਂ ਰੱਖਿਆ। ਮਾਤਾ ਖੀਵੀ ਨੇਕ ਜਨ ਜਿਤ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ। ਤੈਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਘਰ ਦਾ ਲਾਂਗਰੀ ਬਣਾਇਆ, ਤੈਨੂੰ ਤਾਂ ਇੱਕ ਹੁਕਮ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ, ਜਾ ਸੰਗਤ ਜਿਹੜੀ ਪੰਗਤ ਵਿੱਚ ਬੈਠੀ ਹੈ ਲੰਗਰ ਵਰਤਾ। ਤੇ ਮੈਂ ਇੱਥੋਂ ਤੱਕ ਬੇਨਤੀ ਕਰਾਂ, ਇਤਿਹਾਸ ਨੇ ਬੜਾ ਕੁਝ ਸੰਭਾਲਿਆ, ਬਾਣੀ ਨੇ ਸੰਭਾਲਿਆ ਹੋਇਆ ਇਹ ਤਾਂ ਚੀਜ਼। ਮਾਤਾ ਜੀ ਜਦੋਂ ਲੰਗਰ ਵਰਤਾਇਆ ਕਰਦੇ ਸਨ, ਮਾਤਾ ਜੀ ਜਦੋਂ ਲੰਗਰ ਵਰਤਾਇਆ ਕਰਨਾ ਤੇ ਜਿੱਥੇ ਖੀਰ ਵਰਤਾਣੀ, ਪ੍ਰਸ਼ਾਦੇ ਵਰਤਾਣੇ, ਉੱਥੇ ਮਾਤਾ ਨੇ ਕਈ ਵਾਰ ਧਨ ਦੌਲਤ ਵੀ ਵਰਤਾ ਦਿਆ ਕਰਨਾ। ਇੰਨੀਆਂ ਕਮਾਲ ਦੀਆਂ ਰਮਜ਼ਾਂ ਨੇ। ਸੋ ਮੈਂ ਬੇਨਤੀ ਕਰਾਂ, ਸ਼ਬਦ ਦਾ ਲੰਗਰ ਧੰਨ ਗੁਰੂ ਅੰਗਦ ਦੇ ਮਹਾਰਾਜ ਵਰਤਾ ਰਹੇ ਆ। ਇੱਥੋਂ ਆਪਾਂ ਲੈ ਕੇ ਜਾਂਦੇ ਆ ਸ਼ਬਦ ਦਾ ਲੰਗਰ। ਫਿਰ ਮੈਨੂੰ ਬੇਨਤੀ ਚੇਤੇ ਆ ਗਈ, ਲੈ ਕੇ ਤਾਂ ਬੜੀ ਆਪਾਂ ਕਮਾਲ ਦੀ ਚੀਜ਼ ਗਏ, ਪਰ ਪਤਾ ਨਹੀਂ ਕੀ ਹੋ ਗਿਆ, ਸਾਨੂੰ ਇੱਥੋਂ ਬਾਹਰ ਜਾਂਦੇ ਹੀ ਆਪਾਂ ਲੰਗਰ ਇੱਥੇ ਹੀ ਛੱਡ ਦਿੱਤਾ। ਇੱਕ ਲੰਗਰ ਹੁੰਦਾ ਨਾ ਭਰ ਭਰ ਕੇ, ਕਈ ਤਾਂ ਵਿਚਾਰੇ ਲਿਫਾਫੇ ਘਰੋਂ ਹੀ ਲੈ ਕੇ ਆਉਂਦੇ ਆ, ਕਈ ਇੱਥੋਂ ਵਿਚਾਰੇ ਰਸੋਈ 'ਚ ਟੱਕਰਾਂ ਮਾਰਦੇ ਫਿਰਦੇ ਆ, ਕਦੇ ਇੱਥੋਂ ਲੱਭ ਜੇ ਕਦੇ ਉੱਥੋਂ ਲਿਫਾਫਾ ਲੱਭ ਜੇ। ਉਹ ਲੰਗਰ ਸਾਡੇ ਘਰਾਂ ਤੱਕ ਪਹੁੰਚ ਜਾਂਦਾ, ਉਹ ਘਰਾਂ ਤੱਕ ਪਹੁੰਚ ਜਾਂਦਾ, ਪਰ ਜਿਹੜਾ ਸ਼ਬਦ ਦਾ ਲੰਗਰ ਹੈ ਉਹ ਸਾਡੇ ਘਰਾਂ ਤੱਕ ਵੀ ਨਹੀਂ ਪਹੁੰਚ ਪਾਉਂਦਾ, ਉਹ ਗੁਰਦੁਆਰੇ ਦੇ ਵਿੱਚ ਹੀ ਰਹਿ ਜਾਂਦਾ। ਦੂਜਿਆਂ ਤੱਕ ਤੇ ਆਪਾਂ ਕੀ ਪਹੁੰਚਾਉਣਾ? ਸੋ ਮੇਰੀ ਬੇਨਤੀ ਹੈ, ਇਹ ਜਿਹੜਾ ਸ਼ਬਦ ਦਾ ਲੰਗਰ ਹੈ ਨਾ, ਇਹ ਆਪਣੇ ਤੱਕ ਸੀਮਤ ਨਾ ਰੱਖੀਏ। ਇਹ ਮਨੁੱਖਤਾ ਦੇ ਲਈ, ਲੁਕਾਈ ਦੇ ਲਈ ਹੈ। ਸੰਸਾਰ ਕਿਸੇ ਦਾ ਭਲਾ ਕਰੋਗੇ ਤਾਂ ਤੁਹਾਡਾ ਭਲਾ ਹੋਏਗਾ। ਜਿਹਨੂੰ ਕਿਤਾਬਾਂ ਦੇ ਵਿੱਚ ਸਕੂਲਾਂ ਵਿੱਚ ਪੜ੍ਹਿਆ ਜਾਂਦਾ ਸੀ, ਕਰ ਭਲਾ ਹੋ ਭਲਾ, ਇਹ ਸ਼ਬਦ ਵਰਤਿਆ ਜਾਂਦਾ ਸੀ ਨਾ ਜੀ। ਜੇ ਤੂੰ ਕਿਸੇ ਦਾ ਭਲਾ ਕਰੇਗਾ ਤੇ ਕੱਲ ਨੂੰ ਤੇਰਾ ਭਲਾ ਹੋਏਗਾ, ਜੇ ਤੂੰ ਹੀ ਕਿਸੇ ਦਾ ਭਲਾ ਨਹੀਂ ਕਰੇਗਾ, ਫਰੀਦਾ ਬੁਰੇ ਦਾ ਭਲਾ ਕਰ, ਉਹ ਕਨਸੈਪਟ ਕਿੱਦਾਂ ਤੇਰੇ ਅੰਦਰ ਆਏਗਾ? ਅੱਜ ਦੇ ਸ਼ਬਦ ਦੇ ਅੰਦਰ ਕੁਝ ਇਹੋ ਜਿਹੀਆਂ ਹੀ ਗੱਲਾਂ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਨਾਲ ਸਾਂਝੀਆਂ ਕਰਦੇ ਆ। ਇਹ ਮੈਂ ਥੋੜਾ ਜਿਹਾ ਬਣਾਇਆ ਵਿਸ਼ਾ, ਤਾਂ ਕਿ ਜਿਹੜਾ ਸ਼ਬਦ ਆਪਾਂ ਵਿਚਾਰਨਾ ਹੈ ਨਾ, ਉਹ ਸਾਡੇ ਹਿਰਦੇ ਦੇ ਅੰਦਰ ਬਹਿ ਜੇ ਕਿ ਵੀ ਆਪਾਂ ਕਰ ਕੀ ਰਹੇ ਹਾਂ, ਸਾਨੂੰ ਕਰਨਾ ਕੀ ਚਾਹੀਦਾ। ਬੰਦਾ ਜਿਹੜਾ ਹੈ ਸੋਚਦਾ ਬੜਾ ਕੁਝ ਹੈ, ਪਰ ਹੁੰਦਾ ਕੁਝ ਹੋਰ ਹੈ। ਹੁਣ ਜੋ ਕੁਝ ਸੋਚ ਰਿਹਾ ਉਹ ਤੇ ਹੋਣਾ ਨਹੀਂ, ਜੋ ਹੋਣਾ ਉਹਦਾ ਕੁਝ ਹੋਰ ਹੀ ਹੋ ਜਾਣਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਨਰ ਚਾਹਤ ਕਛ ਔਰ। ਨਰ ਦਾ ਅਰਥ ਹੁੰਦਾ ਮਨੁੱਖ, ਭਾਵ ਸੰਸਾਰ ਦੇ ਉੱਤੇ ਤੁਰਿਆ ਫਿਰਦਾ, ਜਿਹਨੂੰ ਆਪਾਂ ਕਹਿੰਦੇ ਆ ਮਾਨਸ ਬੰਦਾ। ਅੱਜ ਜੋ ਸੰਸਾਰ ਤੇ ਤੁਰੇ ਫਿਰਦੇ ਜੀਵ ਸਵਾਸ ਚੱਲਦੇ ਨੇ ਬੰਦਾ, ਇਹਨੂੰ ਆਪਾਂ ਕਹਿੰਦੇ ਆ ਨਰ। ਵੈਸੇ ਬਾਣੀ ਦੇ ਅੰਦਰ ਨਰ ਦੀ ਵੀ ਗੱਲ ਚੱਲਦੀ ਹੈ, ਮਾਦਾ ਦੀ ਵੀ ਗੱਲ ਚੱਲਦੀ ਹੈ, ਭਾਵ ਪੁਰਸ਼ ਦੀ ਵੀ ਗੱਲ ਚੱਲਦੀ ਹੈ, ਇਸਤਰੀ ਦੀ ਵੀ ਗੱਲ ਚੱਲਦੀ ਹੈ। ਇਸ ਤਰ੍ਹਾਂ ਇੱਥੇ ਨਰ ਦੀ ਗੱਲ ਹੈ, ਪਰ ਇੱਥੇ ਇਹ ਨਾ ਸਮਝਿਓ
ਨਰ ਕੱਲਾ ਬੰਦੇ ਲਈ ਵੀ ਵਰਤਿਆ ਜਾ ਰਿਹਾ। ਇੱਥੇ ਸਤਿਗੁਰੂ ਜੀ ਨੇ ਸਾਂਝਾ ਸ਼ਬਦ ਵਰਤਿਆ। ਨਰ ਦਾ ਅਰਥ ਹੈ ਮਨੁੱਖ, ਤੇ ਮਨੁੱਖਤਾ ਦੇ ਅੰਦਰ ਇਸਤਰੀ ਵੀ ਆ ਜਾਂਦੀ ਹੈ ਤੇ ਮਰਦ ਭਾਵ ਮੇਲ ਵੀ ਫਮੇਲ ਵੀ, ਦੋਵਾਂ ਨੂੰ ਇਕੱਠਿਆਂ ਕਰ ਦਿੱਤਾ, ਦੋਵਾਂ ਨੂੰ ਸਾਂਝਾ ਉਪਦੇਸ਼ ਸਤਿਗੁਰੂ ਜੀ ਕਰ ਰਹੇ ਆ। ਨਰ ਦਾ ਅਰਥ ਕਰਦੇ ਜੀ ਇਹ ਬੰਦਾ, ਇਹ ਮਨੁੱਖ, ਜਿੰਨੀ ਮਨੁੱਖਤਾ ਸੰਸਾਰ ਹੈ। ਨਰ ਚਾਹਤ ਕਛ ਹੋਰ, ਚਾਹਤ ਦਾ ਅਰਥ ਹੁੰਦਾ ਕਿ ਵੀ ਚਾਹੁੰਦਾ ਕੁਝ ਹੋਰ ਹੈ। ਹੁਣ ਬੰਦੇ ਨੇ ਸੋਚਿਆ ਸੀ ਮਨ ਦੇ ਵਿੱਚ ਮੈਂ ਆਹ ਕਰਾਂਗਾ, ਬਚਪਨ ਤੋਂ ਲੈ ਕੇ ਬੁਢੇਪੇ ਤੱਕ ਬੰਦੇ ਦੀ ਇਹੀ ਜ਼ਿੰਦਗੀ ਇਸੇ ਸੋਚਣ ਵਿੱਚ ਹੀ ਨਿਕਲ ਜਾਂਦੀ ਹੈ। ਮੈਂ ਬਚਪਨ ਦੇ ਵਿੱਚੋਂ ਨਿਕਲਾਂਗਾ, ਜਵਾਨੀ ਵਿੱਚ ਆਹ ਕਰਾਂਗਾ, ਜਵਾਨੀ ਵਿੱਚੋਂ ਨਿਕਲਾਂਗਾ, ਬੁਢੇਪੇ ਵਿੱਚ ਆਹ ਕਰਾਂਗਾ। ਅੱਛਾ, ਸਕੂਲ ਦੇ ਵਿੱਚ ਜਦੋਂ ਪੜ੍ਹਦਾ ਸੀ ਬੱਚਾ, ਉਦੋਂ ਸਕੂਲ ਦੇ ਵਿੱਚ ਇੱਕ ਗੱਲ ਅਕਸਰ ਪੁੱਛੀ ਜਾਂਦੀ ਸੀ ਬੱਚੇ ਨੂੰ ਕਿ ਵੱਡਾ ਹੋ ਕੇ ਕੀ ਕਰੇਗਾ, ਵੱਡਾ ਹੋ ਕੇ ਕੀ ਬਣੇਗਾ। ਤੇ ਉਦੋਂ ਬੰਦੇ ਨੂੰ ਪਤਾ ਨਹੀਂ ਸੀ ਹੁੰਦਾ, ਉਦੋਂ ਬੰਦੇ ਨੇ ਕਹਿ ਦੇਣਾ ਕਿ ਮੈਂ ਤੇ ਡਾਕਟਰ ਬਣਾਂਗਾ, ਮੈਂ ਆਹ ਬਣਾਂਗਾ, ਮੈਂ ਆਹ ਕਰਾਂਗਾ, ਮੈਂ ਉਹ ਕਰਾਂਗਾ। ਉਦੋਂ ਛਾਲਾਂ ਬੜੀਆਂ ਉੱਚੀਆਂ ਮਾਰੀਆਂ। ਪਰ ਜਦੋਂ ਹੀ ਸਤਿਗੁਰੂ ਜੀ ਕਹਿੰਦੇ ਆ ਥੋੜਾ ਜਿਹਾ ਅਗਾਂਹ ਤੁਰਦਾ ਹੈ, ਹੁਣ ਉਹ ਬਚਪਨ ਵਾਲੇ ਖਿਆਲ ਭੁੱਲ ਗਿਆ, ਜਵਾਨੀ ਵਾਲੇ ਖਿਆਲ ਆ ਗਏ ਉਹਨਾਂ ਵਿੱਚ। ਹੁਣ ਪਤਾ ਨਹੀਂ ਲੱਗਾ, ਉਹ ਤੇ ਹੁਣ ਮਦ ਮਾਇਆ ਦਾ ਹੰਕਾਰ ਛਾ ਗਿਆ। ਹੁਣ ਕਰਨਾ ਕੀ ਹੈ, ਉੱਥੇ ਸਗੋਂ ਡੁੱਬਣਾ ਸ਼ੁਰੂ ਹੋ ਗਿਆ। ਹੁਣ ਜੋ ਚੀਜ਼ ਜਵਾਨੀ ਵੇਲੇ ਫੈਸਲੇ ਕੀਤੇ, ਮੈਂ ਬੁਢੇਪੇ ਵੇਲੇ ਆਪਣਾ ਆਪ ਇਸ ਤਰ੍ਹਾਂ ਸੰਭਾਲਾਂਗਾ। ਹੁਣ ਸਤਿਗੁਰੂ ਜੀ ਕਹਿੰਦੇ ਉੱਥੇ ਵੀ ਕਹਾਣੀ ਹੋਰ ਬਣ ਗਈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਸੋਚਿਆ ਚਾਹੁੰਦਾ ਕੁਝ ਹੋਰ ਸੀ, ਹੋ ਕੁਝ ਹੋਰ ਹੀ ਗਿਆ। ਇੱਕ ਬਚਨ ਭਗਤ ਕਬੀਰ ਜੀ ਦਾ ਖਿਆਲ ਵਿੱਚ ਰੱਖਿਓ। ਸਤਿਗੁਰੂ ਜੀ ਕਹਿੰਦੇ ਆ ਇਸੇ ਪਰਥਾਏ ਜਰਾ ਜੀਵਨ ਜੋਬਨ ਗਿਆ, ਕਿਛ ਕੀਆ ਨਾ ਨਿੱਕਾ। ਭਗਤ ਕਬੀਰ ਜੀ ਕਹਿੰਦੇ ਆ ਜਰਾ, ਜਰਾ ਦਾ ਅਰਥ ਹੁੰਦਾ ਹੈ ਜਿਵੇਂ ਜਰਾ ਦਾ ਕਹਿ ਲਓ ਕਿ ਬੁਢੇਪਾ, ਜਿਵੇਂ ਆਪਾਂ ਸ਼ਬਦ ਅਕਸਰ ਲੈਂਦੇ ਹਾਂ ਜਰ ਆਈ ਜੋਬਨ ਹਾਰਿਆ, ਭਾਵ ਜਰਾ ਆ ਗਿਆ, ਆਪਾਂ ਬੁਢੇਪਾ ਆ ਗਿਆ। ਉੱਥੇ ਕਹਿੰਦੇ ਆ ਜਰਾ ਜੀਵਨ ਸਾਰਾ ਕੁਝ ਚਲਾ ਗਿਆ, ਕਿਛ ਕੀਆ ਨਾ ਨਿੱਕਾ। ਹੁਣ ਬੰਦੇ ਵੱਲ ਵੇਖ, ਇਹ ਜਿਹੜਾ ਕਹਿੰਦਾ ਸੀ ਮੈਂ ਆਹ ਕਰ ਲਾਂਗਾ, ਮੈਂ ਉਹ ਕਰ ਲਾਂਗਾ, ਕਿਛ ਕੀਆ ਨਾ ਨਿੱਕਾ, ਇਹਨੇ ਤਾਂ ਕੁਝ ਕੀਤਾ ਹੀ ਨਹੀਂ। ਇਹਦੀ ਹਾਲਤ ਤਾਂ ਇਵੇਂ ਦੀ ਬਣ ਗਈ ਜਿਵੇਂ ਦਰਿਆ ਤੇ ਬੈਠਾ ਬਗਲਾ ਕੀਲ ਕਰਦਾ ਨਾ, ਉਹਨੂੰ ਪਤਾ ਲੱਗ ਗਿਆ ਕਿ ਵੀ ਮੈਂ ਤਾਂ ਇੱਥੇ ਬੈਠਾ ਡੱਡੀਆਂ ਫੜਨੀਆਂ, ਮੇਰੇ ਤੇ ਕਿਹੜਾ ਕਿਸੇ ਨੇ ਹਮਲਾ ਕਰਨਾ ਹੈ, ਮੈਨੂੰ ਕਿਹੜਾ ਕਿਸੇ ਨੇ ਮਾਰ ਦੇਣਾ, ਮੈਂ ਤੇ ਬੜਾ ਕੁਝ ਕਰ ਲੈਣਾ। ਜਿਵੇਂ ਕਹਿੰਦੇ ਬਾਜ, ਬਾਜ ਬੈਠਾ ਸੀ ਆਪਣੀ ਉਡੀਕ ਦੇ ਅੰਦਰ ਕਿ ਵੀ ਬਵੇ ਤੇ ਮੈਂ ਝਪਟ ਕੇ ਇਹਨੂੰ ਫੜ ਲਵਾਂ। ਕਹਿੰਦੇ ਇਹ ਬਸ ਇਹੀ ਸੋਚਦਾ ਰਿਹਾ ਕਿ ਮੇਰੇ ਤੇ ਕਿਹੜਾ ਕੋਈ ਵਕਤ ਆਉਣਾ, ਮੇਰੇ ਤੇ ਕਿਹੜਾ ਸਮਾਂ ਕੋਈ ਮਾੜਾ ਆਉਣਾ, ਮੈਂ ਤੇ ਸਭ ਦੇ ਲਈ ਸਮਾਂ ਮਾੜਾ ਲਿਆ ਸਕਦਾ, ਮੇਰੇ ਤੇ ਕੱਖ ਨਹੀਂ ਆਉਣਾ। ਭਗਤ ਫਰੀਦ ਜੀ ਦਾ ਇਹ ਬਚਨ ਬੜਾ ਕਮਾਲ ਦਾ ਮੈਨੂੰ ਲੱਗਾ। ਇਸੇ ਪਰਤਾਏ ਕਹਿੰਦੇ ਕਿ ਬੰਦਾ ਸੋਚਦਾ ਹੈ ਜਿਵੇਂ ਬਗਲਾ ਸੋਚ ਰਿਹਾ, ਬਾਜ ਸੋਚ ਰਿਹਾ, ਇਹ ਵੀ ਸੋਚ ਰਿਹਾ। ਫਰੀਦਾ ਦਰਿਆਵੇ ਕੰਨੇ ਬਗਲਾ, ਦਰਿਆ ਦੇ ਕੰਢੇ ਬੈਠਾ ਬਗਲਾ ਸੋਚ ਰਿਹਾ ਕੁਝ ਹੋਰ, ਮੱਛੀਆਂ ਪਕੜਾਂਗਾ। ਇੱਕ ਨਾ ਜਸਵੰਤ ਸਿੰਘ ਪਰਵਾਨਾ ਜੀ ਦੀ ਅੱਜ ਕਿਤਾਬ ਪੜ੍ਹੀ ਤੇ ਉਹਦੇ ਵਿੱਚ ਉਹਨਾਂ ਬੜਾ ਕਮਾਲ ਦਾ ਜ਼ਿਕਰ ਕੀਤਾ। ਇਸੇ ਪਰਥਾਇਓ ਜ਼ਿਕਰ ਕਰਦੇ ਆ, ਕਹਿਣ ਲੱਗੇ ਕਈ ਵਾਰ ਨਾ ਜਾਲ ਪਾਇਆ ਹੋਵੇ ਨਾ ਮੱਛੀਆਂ ਫੜਨ ਦੇ ਲਈ, ਤੇ ਕਈ ਵਾਰ ਇਹ ਨਹੀਂ ਹੁੰਦਾ ਕਿ ਵੀ ਉਹਦੇ ਵਿੱਚ ਮੱਛੀਆਂ ਆਉਣਗੀਆਂ, ਕਈ ਵਾਰ ਜਾਲ ਨੂੰ ਲੈ ਕੇ ਵੀ ਤੁਰ ਪੈਂਦੀਆਂ ਨੇ ਮੱਛੀਆਂ, ਜਾਲ ਵੀ ਸ਼ਿਕਾਰੀ ਦੇ ਹੱਥ ਵਿੱਚ ਵੀ ਨਹੀਂ ਆਉਂਦਾ। ਕਈ ਵਾਰ ਸ਼ਿਕਾਰੀ ਨੇ ਕਿਸੇ ਚੀਜ਼ ਨੂੰ ਪਕੜਨ ਦੇ ਲਈ ਬੜੀ ਵੱਡੀ ਵਿਉਂਤਬੰਦੀ ਬਣਾਈ ਹੋਵੇ, ਪਰ ਕਈ ਵਾਰ ਸ਼ਿਕਾਰੀ ਵੀ ਉਹ ਸ਼ਿਕਾਰ ਦੇ ਅੜਿੱਕੇ ਚੜ੍ਹ ਜਾਂਦਾ ਹੈ। ਇਸ ਤਰ੍ਹਾਂ ਵੀ ਕਈ ਵਾਰ ਹੋਇਆ। ਇਸੇ ਤਰ੍ਹਾਂ ਕਹਿਣ ਲੱਗੇ ਵੱਡੇ ਤੋਂ ਵੱਡੇ ਜਿਵੇਂ ਬਗਲੇ ਨੇ ਉਡੀਕ ਕੀਤੀ ਮੱਛੀਆਂ ਦੀ ਪਰ ਹੱਥ ਕੱਖ ਨਾ ਆਵੇ, ਬਾਜ ਨੇ ਉਡੀਕ ਕੀਤੀ ਬਗਲੇ ਤੇ ਝਪਟਾਂਗਾ। ਭਗਤ ਫਰੀਦ ਜੀ ਕਹਿੰਦੇ ਕਿ ਵੀ ਸਭ ਦੀ ਮਨ ਦੇ ਵਿੱਚ ਹੀ ਹੈ, ਕੋਈ ਕੁਝ ਕਰ ਹੀ ਨਹੀਂ ਸਕਿਆ। ਬਸ ਆਹ ਜਿਹੜਾ ਸਮਾਂ ਹੈ ਨਾ ਜਿਹਦੀ ਗੱਲ ਭਗਤ ਫਰੀਦ ਜੀ ਕਰਦੇ, ਕਹਿੰਦੇ ਇਸ ਸਮੇਂ ਨੂੰ ਵੇਖ ਫਰੀਦਾ, ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਝਨੋ ਅਚਿੰਤੇ ਬਾਜ ਪਏ।
ਹੁਣ एक पासे ते बगले ने उड़ीक की मैं मच्छियां पकड़ांगा, पर समा पलटी मार गया। समा पलटी मार गया, जिवें गुरु तेग बहादुर महाराज कहते नर चाहत कछ और, समा पलटी किवें मार गया। बगले ने सोचा मच्छी पड़ांगा, वो इस उड़ीक विच बैठा मच्छी पकड़ांगा, कहन लगे उत्ते उड़दा बाज, कहन लगे उन्हें ऐसी उडारी मारी बाज नूं अपनी बुक्कड़ दे विच लै लिया, बगले नूं लैके उड़ गया। उन्होंने की पता कि मौत ने मैनू घेर लेना। दरियावे कन्ने बगला बैठा केल करेंदे हंज नो अचिंते बाज पे, बंदिया तू भी समझ बाज पे तिस रब दे। हुण उन्होंने ते एक दूजे दे उत्ते उडारियां लाइयां, चलो अचिंते बाज उन्होंने पै गए। बंदिया तू कदों समझेगा, तू अज कल करदिया क्यों वक्त जाया करदा है। जिस दिन रब दे बाज अचिंते तेरे ते पैणे आ, सब कुछ कीता कराया इत्थे दफन हो जाना, कुछ भी नहीं तेरे तो होना। किच किया ना निका, तेरे तो कख भी नहीं होना। यही गल भगत प्रीत जी कहते बाज पे तिस रब दे केलां विसरियां, आ जो कुछ तू हुण तक कीता है ये सारा कुछ तेनू भुल भुला जाना है। बंदा सोचदा है कि मैं, क्योंकि अज दे समय दे अंदर ना बंदा जे कुछ करेगा तो किसी नूं दुख दे के कुछ अगां कर सकदा है, नहीं तो नहीं कर सकदा, क्योंकि दौड़ भी इसे पासे लगी हुई है ना बंदे दी। बंदा सोचदा है किसी दा बुरा करा मेरा भला हो जाएगा, नर चाहत कछ और, चाहता तो सारी जिंदगी यही रहा कि भी कुछ करा, पर कर उल्ट बैठा, होया वो नहीं जो कुछ होना चाहिए सी। ये किसी का बुरा करके आप सुख लेना चाहता है, किसी दे राहां विच कंडे विछा के आप फुल्लां दियां सेजां तैयार करना चाहता है अपनियां। यही है ना संसार दे उत्ते। पर सतगुरु जी कुछ होर कहिंदे आ, कहन लगे आ किसी दा बुरा करके अपने आप नूं सुखी करन वालिया ये ना भुल्ली कि भी कल नूं तेनू कोई दुख देण वाला नहीं होएगा, तेरे राहां च भी कई दुख लैके बैठे होणगे, तुरना ते तू भी उन्हां राहां ते ही है। ये तो नहीं था कि राह कोई होर होएगा, राह भी उही होणगे जिन्हां ते तू किसी दा बुरा कीता कल नूं तेरा वो बुरा करनगे। एक मैनूं छोटी जी गल होर चेते आई, शायद तुसी एक मैं चैनल ते सुनिया, बड़ियां कमाल दियां गल्लां वो करदा है, उनका नाम है स्वर्ण सिंह टैणा, तो मैं बहुत उन्होंने सुनिया। वो बंदा बड़ी कमाल की गल कर लगा। वो पता की कहता, कहन लगा किसी ने ना अपनी बजुर्ग मां नूं किसी आश्रम कह लो कि भी जिथे बजुर्गों नूं छड्डिया जांदा, बजुर्ग आश्रम बनया, उत्थे छड्ड दिता। छड्ड के चाई चाई जदों वो मूँह घुमा के वापस तुरया ना, वापस तुरया जदों ते पिछों आवाज़ मारी मां ने, कहन लगे पुत्त एक गल मैं तेरे नाल करनी है, जांदे जांदे सुन के जाई। वो कहन लगा मां चल इन्नियां हुण तक तेरियां सुनदे रहे हां, अज एक होर सुन लैणे, मुड़ के तेरियां किन्ने सुननियां ने। ना मैं आउणा ना तू आउणा, ना मैं तेनू मिलना ना तू मैनू मिलना, मैं ते छड्ड चलिया तेनू, सिर्फ मैं ते किराया ही देण आउणा, पैसे ही देण आउणे आ, मिलना फिर भी नहीं मैं तेनू। कहन लगे दस की कहना चाहुंदी है। उन्हें आख्या पुत्त 5 धीआं मैं अपनी कुख विच मारियां ने। ध्यान नाल सुनियो गल किन्नी वधिया कर गया वो बंदा, ते नाल दा सुनन वाला इन्ना बैरागी हो गया। कहन लगे भी ये भी हो सकदा संसार दे किसी दे राहां च कंडे बीजण वाला ते ओहदे विचों सुख लभण वाला कदी सुखी नहीं जे हो सकदा। एक ख्याल रखियो, जे बाणी भी कह रही है जेहो जा बीजेगा ओहो जा वड्डेगा ही वड्डेगा, जेहो जा बीजेगा ओहो जा वड्डेगा वड्डेगा। मां ने एक गल आखी पुत्त नूं, कहन लगे पुत्त वे 5 धीआं दा कुख विच कतल करके तू पैदा होया सैं, इन्नी कु सजा ते मेरे लिए बनदी सी जिहड़ी अज तू मैनू दे चलिया। पर एक गल चेते रखी, कल नूं तेरे नाल इदां ना होवे, तू अरदासां करी। बस इन्नी कु गल कहण दी देर सी, मां दे पैरां विच जा डिग्गा। समझ लग गई कि भी जे मैं अज ये कंडे बीज रहा, कल नूं किते मेरे अगे ना आ जाण। बेनती है आप जी दे चरनां विच, सतगुरु जी भी यही कह रहे आ, बंदिया तू चाहुंदा कुछ होर सैं
पर कर कुछ हो रहा है। तू अपने भले दे लई किसे नूं दुख ना दे, अपने आप फुल्लां दे ते सौण वालिया किसे दे राहां च कंडे ताना ना पा। तेनू रब ने बनाया सी किसे नूं सुखी करन दे लई, पर तू तां किछ किया ना निका, तू ते करदा ही कुछ हो रहा है। भगत कबीर जी कहते आ जरा जीवन जोबन गया किछ किया ना नीका, कह लगे कुछ भी नहीं किया। असल दे विच हुण गुरु तेग बहादुर महाराज जी दे पावन बचन वाल आइए। वो भी बचन तुहाडे नाल मैं फिर साझा करदा जिहड़ा आपां भगत फरीद जी दा कीता सी, फिर आपां अगली पंक्ति दी सांझ करांगे। फरीदा दरियावै कन्ने बगला बैठा केल करे, केल करेंदे खांजनो अचिंते बाज पए तिस रब दे केलां विसरियां। आ जो कुछ तू परपंच रची बैठा ना संसार दे उत्ते, इनू थोड़ा जिहा समझ लिओ। हुण रब दे बाज किवें पैणे आ, रब दे मौत दे बाज जदों तेरे उत्ते पैणे आ ना, आ जो कुछ तू करी बैठा सांभी बैठा तेनू आप नूं नहीं पता लगना कि भी बन की गया। फिर उही पंक्ति सामने आ जाती है गुरु तेग बहादुर महाराज जी दी, बंदे ने सोचा कुछ होर बन गया कुछ होर, मन की मन ही माही रही बाज पए तिस रब दे। जदों रब दे बाज पै गए, मौत ने खलूणा दे दिता, फिर मन की मन ही माहे रही। कह लगे अपने आप नूं खब्बी खां कहाउण वाला सब कुछ छड्ड के देखो बंदा चलिया 4 जणियां दे कन। 4 जाणियां नूं भी पता लग गया कि भी अज चला गया। बाज पए तिस रब दे केलां विसरियां, जो मन चित ना चेते सन से गाली रब कियां। जिन्हां ने कदी अपने चेते विच रब नूं नहीं सी ना कीता, सतगुरु जी कहते पछतावा लैके इत्थों तुरे। उन्हां ने हत्थां विच की सांभिया, सगों उन्हां दियां मुट्ठां उन्हां दे हत्थां विच कख भी नहीं आया। कहते एक तां बंदे दे पल्ले कुछ हुंदा है, ना उन्हां जिउंदियां सांभिया ना उन्हां मरिया सांभिया, दोवें हत्थ खाली। सिकंदर बादशाह वर्गे एवें थोड़ा कहते रहे, क्योंकि कुछ किया ना निका, कुछ नहीं कर सकिया। ते जान लग्या इक्को गल कहंदा कि भी बस हाथ ही बाहर कढ़ दिओ। पुछण वाले कहंदे एडा वड्डा बादशाह, एडा वड्डा तू राजा, सब दे तख्त हिला देण वाला, ते तू कहना बाहर हाथ कढ़ दिओ, रमज समझ नहीं आउंदी। ते सिकंदर कह लगा लोकां नूं पता लग जाए कि मैं कुछ नहीं कर सकिया, मैं कुछ नहीं लैके चलिया, वेखो मैं भी खाली होई चलिया। किछ किया ना निका सतगुर ए जीरा निर्मोलक हो। भगत कबीर जी कहते आ जीड़ा बड़ा निर्मोलक है, इहदा मुल कोई नहीं। ये जीरा निर्मोलको कौडी लग मिका, कौडियां दे बदले ना इनू रोड़। इस तरह ना इनू जन्म नू असफला कर, खुआर ना कर, इनू लेखे विच ला। लेखे विच क्यों लाइए? कहानी ये भी है ना, क्यों लेखे विच लाइए? सतगुरु जी कहते मैं बार बार तां तेनों कहना लेखे विच ला, लेखे विच ला। वो संभल अपने आप नूं संभाल, क्योंकि जिद्दण तू इस संसार तो उठ के निरंकार कोल जाना है, लेखा रब मंगेसिया आ ए जीरा निर्मोल को कौडी लग मिका। जे लेखे विच लावेंगा कौडियां दे भा नहीं विकेगा, जिद्दण फिर लेखा होएगा, क्योंकि रब ने ते मंगना ही है। जिवें ना फसल वेचण गया जट, ਜਾਂਦੀ ਆੜਤੀਆ, ਸਾਡੇ ਤਾਂ ਉੱਥੇ ਆੜਤੀ ਹੁੰਦੇ ਨੇ, ਹਿਸਾਬ ਕਿਤਾਬ ਸਾਰਾ ਉਹਨਾਂ ਕੋਲ ਹੁੰਦਾ। ਆੜਤੀ ਕੋਲ ਜਾਣਾ, ਉਹਨੇ ਕੀ ਕਰਨਾ, ਏਡੀ ਜਾਂ ਕਹਿ ਲਓ ਕਿ ਵੀ ਦੁਕਾਨ ਦਾ ਜਿਹੜਾ ਹੁੰਦਾ ਨਾ, ਜਿਹਨੂੰ ਕਰਿਆਨੇ ਵਾਲਾ ਕਹਿੰਦੇ ਆ, ਉਹਨੇ ਆਪਣੇ ਹਿਸਾਬ ਲਿਖੇ ਹੁੰਦੇ ਆ। ਉਹ ਜਾਂਦੇ ਪਹਿਲਾਂ ਵਹੀ ਕੱਢ ਕੇ ਰੱਖਦਾ, ਪਹਿਲਾਂ ਪਿਛਲਾ ਹਿਸਾਬ ਕਰ ਲਈਏ ਫਿਰ ਅਗਾਂਹ ਤੁਰਾਂਗੇ। इसे तरह पहला पिछली फसल का मुल जिहड़ा सी उहदे विचों बचिया बकाया वो सैट कर लीए, अगे तुरांगे फिर। इसे तरह रब ने लेखा जिदन मंगना ना, उन्हें वही कढ़ के तुहाडे सामने रख देनी है। जिन्हों बाणी विच आपां पढ़दे ना चित्र गुप्त, वो किते बाहर थोड़ा है, उस अंदर बैठे चित्र गुप्त ने सारा कुछ लेखा साडे अगे रख देना, बाहरों थोड़ा लभण दी लोड़ है, सब कुछ तो अंदर ही पिया है। एक कैमरे आपां बाहर लाए ने, वो वेखते ने सिर्फ बार बार की हो रहा है, बंदा की कर रहा है। एक कैमरा लगा साडे अंदर,
ਉਹ ਸਾਡੇ ਅੰਦਰ ਦੀ ਪਲ ਪਲ ਦੀ ਖਬਰ ਰੱਖਦੀ ਹੈ। ਜਿਹਨੂੰ ਕਹਿੰਦੇ ਤਿਸਤੇ ਕਹਾਂ ਛੁਪਾਵੈ, ਉਹਦੇ ਤੋਂ ਕਿਵੇਂ ਛੁਪਾਏਗਾ, ਕਿਉਂਕਿ ਉੱਥੇ ਤਾਂ ਕੱਲੀ ਕੱਲੀ ਰਿਕਾਰਡਿੰਗ ਕੈਦ ਹੋ ਰਹੀ ਹੈ। ਬਸ ਉਹੀ ਹੈ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਬਸ ਉਹਨੇ ਵਹੀ ਕੱਢ ਲੈਣੀ ਆ ਤੇ ਸਾਰਾ ਕੁਝ ਉਹਨੇ ਦੱਸੀ ਜਾਣਾ, ਆਪੇ ਕੰਪਿਊਟਰ ਭੱਜੀ ਜਾਣਾ, ਫਿਰ ਸਾਨੂੰ ਹੱਥ ਮਾਰਨ ਦੀ ਲੋੜ ਥੋੜਾ ਪੈਣੀ ਹੈ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ। ਥੋੜਾ ਜਿਹਾ ਇਤਿਹਾਸ ਵਿੱਚੋਂ ਇੱਕ ਗੱਲ ਛੋਟੀ ਜੀ ਸਾਂਝ ਕਰਦਾ, ਫਿਰ ਸੌਖੀ ਜੀ ਸਮਝ ਲੱਗ ਜਾਏਗੀ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਦੇ ਉੱਤੇ ਹਮਲਾ ਕਰਨ ਦੇ ਲਈ ਸੁਲਹੀ ਖਾਂ ਚੜ੍ਹ ਕੇ ਆਉਂਦਾ, ਸੁਲਭੀ ਖਾਂ ਚੜ੍ਹ ਕੇ ਆਉਂਦਾ। ਕਦੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸਪੇਰਾ ਜ਼ਹਿਰ ਪਿਆਉਣ ਦੇ ਲਈ ਆ ਜਾਂਦਾ, ਕਦੀ ਦਾਈ ਆ ਜਾਂਦੀ ਹੈ ਜ਼ਹਿਰ ਪਿਆਉਣ ਦੇ ਲਈ। ਉੱਥੋਂ ਧਿਆਨ ਦਿਓ, ਉਹਨਾਂ ਨੇ ਚਾਹਿਆ ਕੁਝ ਹੋਰ ਪਰ ਬਣ ਕੁਝ ਹੋਰ ਹੀ ਗਿਆ। ਆਪ ਦੀ ਮੌਤ ਆਪ ਹੀ ਸਹੇੜ ਲਈ ਉਹਨਾਂ ਨੇ। ਸੁਲਹੀ ਖਾਂ ਆਇਆ, ਸੁਲਭੀ ਖਾਂ ਆਇਆ, ਭੱਠੇ ਦੇ ਕੋਲ ਲੈ ਗਿਆ ਪ੍ਰਿਥਵੀ ਬਾਬਾ ਪ੍ਰੀਤੀਆ, ਤੇ ਕਹਿਣ ਲੱਗੇ ਭੱਠੇ ਦੇ ਕੋਲ ਗਿਆ, ਘੋੜਾ ਤਰਵਕ ਗਿਆ, ਭੱਠੇ ਦੇ ਵਿੱਚ ਸੜ ਕੇ ਘੋੜੇ ਸਮੇਤ ਹੀ ਮਰ ਗਿਆ। ਅਨਿਆਈ ਮੋਤੇ ਮਰਿਆ ਨਾ। ਜਿਹੜਾ ਚਾਹੁੰਦਾ ਕੁਝ ਹੋਰ ਸੀ ਉਹਦੇ ਨਾਲ ਬਣ ਕੁਝ ਹੋਰ ਹੀ ਗਿਆ। ਹੁਣ ਜਿਹੜੀ ਦਾਈ, ਜਿਹੜਾ ਸਪੇਰਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਖਤਮ ਕਰਨ ਦੇ ਲਈ ਆਇਆ, ਆਪਣੇ ਜ਼ਹਿਰ ਦੇ ਨਾਲ ਆਪ ਹੀ ਮਰ ਗਏ। ਇਸੇ ਤਰ੍ਹਾਂ ਬੇਨਤੀ ਕਰਾਂ, ਅਸੀਂ ਚਾਹੁੰਦੇ ਕੁਝ ਹੋਰ ਹਾਂ ਪਰ ਸਾਡੇ ਨਾਲ ਬਣ ਕੁਝ ਹੋਰ ਹੀ ਜਾਂਦਾ। ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਮਾਇਆ ਦੇ ਮੋਹ ਵਿੱਚ ਫਸ ਕੇ ਮਨੁੱਖ ਪ੍ਰਭੂ ਸਿਮਰਨ ਦੇ ਥਾਂ ਕੁਝ ਹੋਰ ਹੀ ਭਾਵ ਮਾਇਆ ਦੇ ਹੰਕਾਰ ਦੇ ਵਿੱਚ, ਮਾਇਆ ਦੇ ਨਸ਼ੇ ਦੇ ਵਿੱਚ ਲੱਗ ਕੇ ਸਤਿਗੁਰੂ ਜੀ ਕਹਿੰਦੇ ਆ ਕੁਝ ਹੋਰ ਹੀ ਮੰਗਦਾ ਰਹਿੰਦਾ, ਕੁਝ ਹੋਰ ਹੀ ਮੰਗਾਂ ਰੱਖੀ ਜਾਂਦਾ। ਤੇ ਇੱਕ ਦਿਨ ਮੈਂ ਇੱਥੇ ਗੱਲ ਸਾਂਝੀ ਕੀਤੀ ਸੀ ਆਪ ਜੀ ਦੇ ਨਾਲ, ਇੱਕ ਫੋਨ ਆਇਆ ਜੀ ਮੈਨੂੰ, ਉਹ ਮੈਨੂੰ ਪਤਾ ਕੀ ਕਹਿੰਦਾ, ਮੰਗ ਵੇਖੋ ਗੁਰੂ ਦੇ ਕੋਲੋਂ ਉਹਦੀ ਕਿਹੋ ਜਿਹੀ ਹੈ। ਮੈਂ ਆਪ ਖੁਦ ਸੁਣ ਕੇ ਹੈਰਾਨ ਹੁੰਦਾ, ਕਈ ਵੀ ਇਹੋ ਜਿਹੇ ਵੀ ਆੜੇ ਦਿਮਾਗ ਦੇ ਨੇ। ਮੈਨੂੰ ਫੋਨ ਕਰਕੇ ਕਹਿੰਦਾ ਕੋਈ ਇਹੋ ਜਿਹਾ ਪਾਠ ਦੱਸ ਦਿਓ, ਕਿਉਂਕਿ ਜਿਹੜੇ ਦੇਹ ਧਾਰੀਆਂ ਦੇ ਆੜੇ ਚੜ੍ਹੇ ਹੁੰਦੇ ਆ ਨਾ, ਉਹਨਾਂ ਨੂੰ ਫਿਰ ਉਹੋ ਜਿਹੀ ਮਾਤੀ ਦਿੱਤੀ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਇਹ ਚੀਜ਼ ਕਿਸ ਤਰ੍ਹਾਂ। ਸਾਨੂੰ ਤਾਂ ਹੁਣ ਸਿੱਧਾ ਜਿਹਾ ਸੌਖਾ ਜਿਹਾ ਪਤਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆ ਹੈ। ਮੈਨੂੰ ਕਹਿੰਦਾ ਕੋਈ ਇਹੋ ਜਿਹਾ ਪਾਠ ਦੱਸੋ ਪੁੱਠਾ, ਜਿਹਦੇ ਨਾਲ ਮੈਂ ਆਪਣੇ ਗਵਾਂਢੀ ਨੂੰ ਦੁੱਖ ਜਾਂ ਤਕਲੀਫ, ਇਹੋ ਜਿਹੀ ਮੁਸੀਬਤ ਵਿੱਚ ਪਾ ਸਕਾਂ। ਮੈਂ ਕਿਹਾ ਤੂੰ ਕਿਤੇ ਕਮਲਾ ਤੇ ਨਹੀਂ ਹੋ ਗਿਆ। ਫਿਰ ਮੈਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲ ਯਾਦ ਆਏ। ਮੈਂ ਕਿਹਾ ਗੁਰੂ ਅਮਰਦਾਸ ਮਹਾਰਾਜ ਜੀ ਸੱਚੀ ਤਾਂ ਕਹਿੰਦੇ ਆ, ਬਿਨ ਨਾਮੈ ਜਗ ਕਮਲਾ ਫਿਰੈ। ਮੈਂ ਫਿਰ ਉਹਨਾਂ ਕਿਹਾ ਮੈਂ ਤੇਰੇ ਵਰਗੇ ਕਮਲੇ ਪਤਾ ਨਹੀਂ ਕਿੰਨੇ ਕੁ ਤੁਰੇ ਫਿਰਦੇ ਆ। ਮੈਂ ਕਿਹਾ ਜਿਹੜੇ ਬਾਣੀ ਵਿੱਚੋਂ ਵੀ ਆਪਣੇ ਸਵਾਰਥ ਦੀਆਂ ਗੱਲਾਂ ਲੱਭਦੇ ਫਿਰਦੇ ਆ, ਬਾਣੀ ਵਿੱਚੋਂ ਵੀ ਕਿਸੇ ਨੂੰ ਦੁੱਖ ਦੇਣ ਦੀਆਂ ਗੱਲਾਂ ਲੱਭਦੇ। ਭਲਿਆ ਬਾਣੀ ਪੜ੍ਹ, ਬਾਣੀ ਤਾਂ ਸਭ ਨੂੰ ਸੁੱਖ ਦੇਣ ਦੀ ਗੱਲ ਕਰਦੀ ਹੈ। ਇਹੋ ਜਿਹੇ ਲੋਕਾਂ ਦੇ ਹਾਲ ਨੇ ਸਾਡੇ ਸਮਾਜ ਦੇ। ਆਪਣੇ ਆਪ ਨੂੰ ਸੰਭਾਲੀਏ, ਇਸ ਪਾਸੇ ਨਾ ਤੁਰੀਏ। ਸਤਿਗੁਰੂ ਜੀ ਕਹਿੰਦੇ ਆ ਔਰ ਹੈ ਕੀ ਔਰ ਹੈ ਭਈ, ਪਰ ਕਰਤਾਰ ਦੀ ਰਜਾ ਕੁਝ ਹੋਰ ਦੀ ਹੋਰ ਹੁੰਦੀ ਹੈ। ਉਹ ਆਪਣੀ ਰਜਾ ਵਿੱਚ ਸੰਸਾਰ ਨੂੰ ਤੋਰਦਾ ਹੈ, ਆਪਣੇ ਹੁਕਮ ਵਿੱਚ ਤੁਰਦਾ ਹੈ। ਜਿਵੇਂ ਕੋਈ ਤੁਰਿਆ ਉਵੇਂ ਸਭ ਨੇ ਤੁਰਨਾ ਹੈ। ਲਾਸਟ ਵਿੱਚ ਕਹਿੰਦੇ ਆ ਚਿਤਵਤ ਧਰਿਓ ਠਗੋਰ ਨਾਨਕ ਫਾਸੀ ਗਲ ਪਰੀ। ਕਹਿਣ ਲੱਗੇ ਜਿਵੇਂ ਬਗਲੇ ਦੇ ਗਲ ਵਿੱਚ ਬਾਜ ਨੇ ਫਾਸੀ ਪਾ ਦਿੱਤੀ, ਇਸ ਤਰ੍ਹਾਂ ਕਹਿਣ ਲੱਗੇ ਬੰਦਿਆ ਜਿਸ ਰੱਬ ਨੇ ਤੈਨੂੰ ਬਣਾਇਆ ਉਹਨੇ ਵੀ ਤੇਰੇ ਗਲ ਵਿੱਚ ਕਿਸੇ ਦਿਨ ਮੌਤ ਦੀ ਫਾਈ ਪਾ ਦੇਣੀ ਹੈ। ਤੂੰ ਚਿਤਵਦਾ ਰਹਿ ਜਾਣਾ ਹੈ, ਤੇਰੀਆਂ ਚਿਤਵਨੀਆਂ ਇੱਥੇ ਹੀ ਰਹਿ ਜਾਣਗੀਆਂ, ਤੈਨੂੰ ਪਤਾ ਵੀ ਨਹੀਂ ਲੱਗਣਾ ਤੇਰੇ ਨਾਲ ਕੀ ਬਣ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਹੇ ਨਾਨਕ ਮਨੁੱਖ ਹੋਰਨਾਂ ਨੂੰ ਠੱਗਣ ਦੀਆਂ ਸੋਚਾਂ ਸੋਚਦਾ ਹੈ, ਉੱਤੋਂ ਮੌਤ ਦੀ ਫਾਈ ਜਿਹੜੀ ਹੈ ਉਹ ਗਲ ਵਿੱਚ ਪੈ ਜਾਂਦੀ ਹੈ। ਫਿਰ ਸਤਿਗੁਰੂ ਜੀ ਕਹਿੰਦੇ ਸਾਰੀਆਂ ਠੱਗੀਆਂ, ਸਾਰੀਆਂ ਚੋਰੀਆਂ, ਸਾਰੀਆਂ ਮਨ ਦੀਆਂ ਗੱਲਾਂ ਇਹਦੇ ਮਨ ਦੇ ਨਾਲ ਹੀ ਦਫਨ ਹੋ ਜਾਂਦੀਆਂ ਨੇ, ਰਾਖ ਹੋ ਜਾਂਦੀਆਂ ਨੇ, ਕੁਝ ਵੀ ਕਰ ਨਹੀਂ ਪਾਉਂਦਾ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਪਾਵਨ ਬਚਨ, ਇਹਦੇ ਵਿੱਚੋਂ ਸਮਝ ਲਈਏ ਕਿਸੇ ਨੂੰ ਦੁੱਖ ਦੇਣ ਦੀ ਬਜਾਏ ਉਹਨੂੰ ਸੁਖੀ ਕਰੀਏ, ਕਿਸੇ ਦੇ ਰਾਹਾਂ ਵਿੱਚ ਕੰਡੇ ਬੀਜਣ ਦੀ ਬਜਾਏ ਇਹ ਚਾਹਤ ਨੂੰ ਹਟਾ ਕੇ ਉਹਨੂੰ ਸੱਚ ਦੇ ਮਾਰਗ 'ਤੇ ਲਿਆਉਣ ਦੀ ਕੋਸ਼ਿਸ਼ ਕਰੀਏ। ਫਿਰ ਸਾਡਾ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਰੂਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਦੇ ਹਾਂ।